परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आपां परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी तुहाडा धन्नवाद करते हैं। तुहाडा शुक्र करते मेरे प्रभु जी, अज इस दिन की किरपा दे लई मेरे पिता परमेश्वर। दिन भर तुसीं सानूं संभाल के रखिया मेरे प्रभु जी। साडी आउण जाण विच साडी मदद ते सहायता कीती, तुहाडा धन्नवाद करते हैं प्रभु। तुहाडे पवित्र स्वर्गदूतां ने साडी राखी कीते मेरे पिता परमेश्वर। साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करते हैं प्रभु जी। असीं शाम के समय में तुहाडी हज़ूरी विच इकट्ठे हुन्ने मेरे पिता। तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदियां दे अंदर जमा हो जावे और साडे लई आशीष ते बरकत दा कारण बने। और कोई भी शैतान दी शक्ति इस सुंदर समय नूं साडे कोलों चुरा ना पावे। असीं इह मंगदे हां साडे प्रभु यीशु मसीह जी दे नाम विच, आमीन। अज आपां परमेश्वर दे वचन च जाणांगे यिर्मयाह 3:20 नंबर आयत नूं। सचमुच जिवें कोई औरत अपने पति नाल बेईमानी करदी है, हे इज़राइल दे घराने, तिवें ही तुसीं मेरे नाल बेईमानी कीती। यहोवा दा वाक है। उचाइयां तो एक आवाज़ सुनाई दिंदी है, इज़राइल दे पुत्रां दे रोण अते तरलिਆਂ दी। उन्हां ने अपने राह जो विगाड़ लिया ਅਤੇ ਯਹੋਵਾ ਆਪਣੇ ਪਰਮੇਸ਼ਰ ਨੂੰ ਭੁਲਾ ਦਿੱਤਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦੇ ਜਿੱਦਾਂ ਇੱਕ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਆ, ਉਸੇ ਤਰ੍ਹਾਂ ਇਜ਼ਰਾਈਲ ਦੇ ਘਰਾਣੇ ਨੇ ਵੀ ਮੇਰੇ ਨਾਲ ਬੇਈਮਾਨੀ ਕੀਤੀ। ਉਹ ਕਿੱਦਾਂ ਬੇਈਮਾਨੀ ਕੀਤੀ? ਅਸੀਂ ਜਾਣਦੇ ਹਾਂ ਕਿ ਪੁਰਾਣੇ ਨੇਮ 'ਚ ਕੀ ਹੁੰਦਾ ਸੀ ਕਿ ਜਦ ਅਸੀਂ ਦੇਖਿਆ ਕਿ ਇਜ਼ਰਾਈਲ ਨੂੰ ਪਰਮੇਸ਼ਰ ਮਿਸਰ ਤੋਂ ਬਚਾ ਕੇ ਲੈ ਕੇ ਆਇਆ ਤੇ ਉਹਨਾਂ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਹਰ ਗੱਲ ਤੇ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ। ਉਹਨਾਂ ਨੇ ਪਰਮੇਸ਼ਰ ਨੂੰ ਬੁਰਾ ਬੋਲਿਆ ਔਰ ਉਹਨਾਂ ਨੇ ਕੀ ਕਿਹਾ ਕਿ ਅਸੀਂ ਚੰਗੇ ਭਲੇ ਵਸਦੇ ਸੀ ਮਿਸਰ ਵਿੱਚ, ਸਾਡਾ ਪਰਮੇਸ਼ਰ ਇੱਥੇ ਸਾਨੂੰ ਦੁੱਖ ਝੱਲਣ ਨੂੰ ਲੈ ਆਇਆ। ਔਰ ਜਦ ਪਰਮੇਸ਼ਰ ਉਹਨਾਂ ਨੂੰ ਵਾਅਦਿਆਂ ਦੀ ਧਰਤੀ ਤੇ ਲੈ ਗਿਆ, ਉੱਥੇ ਜਾ ਕੇ ਵੀ ਉਹਨਾਂ ਨੇ ਪਰਮੇਸ਼ਰ ਨੂੰ ਵਿਸਾਰ ਛੱਡਿਆ। ਭੁੱਲ ਗਏ ਉਹ ਕਿ ਸਾਡੇ ਪਰਮੇਸ਼ਰ ਨੇ ਸਾਡੇ ਲਈ ਕਿੰਨਾ ਹਾਰਡ ਵਰਕ ਕੀਤਾ, ਕਿਸ ਤਰੀਕੇ ਨਾਲ ਸਾਨੂੰ ਇੱਥੇ ਲੈ ਕੇ ਆਏ ਔਰ ਸਾਨੂੰ ਇਹ ਧਰਤੀ ਦੇਣ ਲਈ ਕਿੰਨੇ ਮਾਸੂਮ ਲੋਕਾਂ ਦੀ ਜਾਨ ਲਈ। ਉਹ ਇਹ ਸਾਰੀਆਂ ਗੱਲਾਂ ਨੂੰ ਭੁੱਲ ਬੈਠੇ। ਉਹਨਾਂ ਨੇ ਬੇਈਮਾਨੀ ਕੀਤੀ। ਜਦ ਪਰਮੇਸ਼ਰ ਨੇ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਸੀ ਤਾਂ ਵੀ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ। ਕੀ ਕਹਿੰਦੇ ਕਿ ਉਚਾਈਆਂ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, ਇਜ਼ਰਾਈਲ ਦੇ ਪੁੱਤਰਾਂ ਦੀ ਰੋਣ ਦੀ ਅਤੇ ਤਰਲਿਆਂ ਦੀ। ਉਹ ਕਿਉਂ ਹੋਇਆ? ਜਦ ਉਹਨਾਂ ਨੇ ਪਰਮੇਸ਼ਰ ਨੂੰ ਤਿਆਗਿਆ, ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਤੇ ਬਦੀ ਉਹਨਾਂ ਦੇ ਉੱਤੇ ਹਾਵੀ ਹੋ ਗਈ। ਅੱਜ ਅਸੀਂ ਰੋਣੇ ਔਰ ਤਰਲੇ ਪਾਉਣੇ ਆ ਕਿਉਂਕਿ ਸਾਡੇ ਵਿੱਚ ਬਦੀ ਕੰਮ ਕਰਦੀ ਆ। ਉਹ ਕਿੱਦਾਂ ਕਰਦੀ ਆ ਕਿ ਸਾਡੇ ਮਨ ਦੀਆਂ ਸੋਚਾਂ ਭ੍ਰਿਸ਼ਟ ਹੋ ਗਈਆਂ ਆ, ਸਾਡਾ ਦੇਖਣਾ, ਸਾਡੇ ਹੱਥ ਦੇ ਕੰਮ ਭ੍ਰਿਸ਼ਟ ਹੋ ਗਏ ਆ। ਇਨਸਾਨ ਨੂੰ ਇਹ ਲੱਗਦਾ ਕਿ ਜੇ ਕੋਈ ਚੰਗਾ ਕੰਮ ਉਹਦੀ ਜ਼ਿੰਦਗੀ 'ਚ ਹੋ ਰਿਹਾ ਤੇ ਉਹ ਮੈਂ ਆਪਣੇ ਆਪ ਕੀਤਾ ਆ, ਪਰ ਜੇ ਕੋਈ ਬਦੀ ਜਾਂ ਬੁਰਾਈ ਜਾਂ ਬਿਮਾਰੀ ਜਾਂ ਗਰੀਬੀ ਉਹਦੀ ਜ਼ਿੰਦਗੀ 'ਚ ਆ ਤੇ ਉਹ ਪਰਮੇਸ਼ਰ ਵੱਲੋਂ ਆ। ਜਦ ਵੀ ਕੋਈ ਚੰਗਾ ਕੰਮ ਹੁੰਦਾ ਤਾਂ ਕਿੰਨੇ ਆਨੰਦ ਨਾਲ ਕਹਿੰਦਾ ਕਿ ਮੈਂ ਹਾਰਡ ਵਰਕ ਕੀਤਾ ਤੇ ਮੈਂ ਇਸ ਚੀਜ਼ ਨੂੰ ਹਾਸਿਲ ਕਰ ਲਿਆ। ਪਰ ਜਦੋਂ ਬਿਮਾਰ ਹੁੰਦਾ, ਉਹਨੂੰ ਲੋਸ ਹੁੰਦਾ ਤਾਂ ਉਹ ਕੀ ਕਹਿੰਦਾ ਕਿ ਹੇ ਰੱਬਾ, ਇਹ ਤੂੰ ਮੇਰੇ ਨਾਲ ਕੀ ਕੀਤਾ? ਕਿ ਉਹ ਬੇਈਮਾਨ ਹੋ ਗਏ ਆ। ਉਹ ਰੋਂਦੇ ਔਰ ਤਰਲੇ ਪਾਉਂਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਰਾਹ ਵਿਗੜੇ ਹੋਏ ਆ। ਉਹਨਾਂ ਨੇ ਆਪਣੇ ਪਰਮੇਸ਼ਰ ਨੂੰ ਛੱਡ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਮਹਿਮਾ ਦੇਣੀ ਸ਼ੁਰੂ ਕਰ ਦਿੱਤੀ। ਜੋ ਵੀ ਇਨਸਾਨ ਅਚੀਵ ਕਰਦਾ ਆ, ਉਹਨੂੰ ਲੱਗਦਾ ਕਿ ਉਹ ਆਪਣੇ ਬਲਬੂਤੇ 'ਤੇ ਕਰਦਾ ਆ। ਪਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦਾ ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਪਰ ਉਹ ਮੇਰੇ ਤੋਂ ਆਕੀ ਹੋ ਗਏ। ਮਤਲਬ ਪਰਮੇਸ਼ਰ ਨੇ ਸਾਨੂੰ ਪਾਲਿਆ ਪੋਸਿਆ ਆ। ਜੇ ਅੱਜ ਅਸੀਂ ਬਚੇ ਹੋਏ ਆ, ਅੱਜ ਅਸੀਂ ਬਲੈਸ ਆ, ਅੱਜ ਅਸੀਂ ਕੁਛ ਅਚੀਵ ਕੀਤਾ ਆ ਤੇ ਉਹਦੇ ਪਿੱਛੇ ਕੀ ਰੀਜ਼ਨ ਆ? ਰੀਜ਼ਨ ਇਹ ਆ ਕਿ ਸਾਡੇ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਦਿੱਤੀ, ਸਟਰੈਂਥ ਦਿੱਤੀ, ਸਾਨੂੰ ਸੰਭਾਲਿਆ, ਉਹਨਾਂ ਦੇ ਦੂਤਾਂ ਨੇ ਸਾਡੀ ਰਾਖੀ ਕੀਤੀ, ਤਾਂ ਫਿਰ ਅਸੀਂ ਇਹ ਸਭ ਕੁਛ ਕਰ ਪਾਏ ਆ। ਤੇ ਅੱਜ ਉਹ ਰੋਂਦੇ ਔਰ ਕੁਰਲਾਉਂਦੇ ਕਿਉਂ ਆ? ਕਿਉਂਕਿ ਉਹਨਾਂ ਦੇ ਰਾਹ ਵਿਗੜੇ ਹੋਏ। ਉਹਨਾਂ ਨੇ ਪਰਮੇਸ਼ਰ ਤੋਂ ਮਦਦ ਨਹੀਂ ਮੰਗੀ। ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਬੇਈਮਾਨੀ ਕੀਤੀ ਆ ਤੇ ਉਹਨਾਂ ਨੇ ਆਪਣੇ ਪਰਮੇਸ਼ਰ ਨੂੰ ਭੁਲਾ ਛੱਡਿਆ। ਭੁੱਲ ਗਏ ਆ ਉਹ ਕਿ ਸਾਡੇ ਪਰਮੇਸ਼ਰ ਨੇ ਸਾਡੇ ਲਈ ਕੀ ਕੁਛ ਕੀਤਾ। ਇਸ ਕਰਕੇ ਅੱਜ ਰੋਂਦੇ ਔਰ ਤਰਲੇ ਪਾਉਂਦੇ ਆ। ਅਸੀਂ ਦੇਖਦੇ ਹਾਂ ਬਹੁਤ ਵਾਰ ਕਿ ਬਹੁਤ ਘਰਾਂ ਵਿੱਚ ਬਿਮਾਰੀਆਂ ਆ, ਬਹੁਤ ਘਰਾਂ ਵਿੱਚ ਲੜਾਈ ਝਗੜੇ ਆ, ਬਹੁਤ ਇੱਦਾਂ ਦੇ ਪਰਿਵਾਰ ਆ ਜੋ ਕਹਿੰਦੇ ਕਿ ਸਾਡੇ ਘਰ ਵਿੱਚ ਗਰੀਬੀ ਦੇ ਬੰਧਨ ਆ। ਇਹ ਸਭ ਕਿਉਂ ਆ? ਕਿਉਂਕਿ ਉਹ ਸਾਰੇ ਪਰਮੇਸ਼ਰ ਤੋਂ ਦੂਰ ਆ। ਉਹਨਾਂ ਨੇ ਕਦੇ ਵੀ ਆਪਣੇ ਬੁਰੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਅੱਗੇ ਦੁਹਾਈ ਨਹੀਂ ਦਿੱਤੀ, ਬਲਕਿ ਪਰਮੇਸ਼ਰ ਦੇ ਵਿਰੁੱਧ ਬੋਲਿਆ ਆ। ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੇ ਪਰਮੇਸ਼ਰ ਦਇਆ ਕਰ। ਇਹ ਸਭ ਬੁਰਾਈਆਂ ਸਾਡੀ ਜ਼ਿੰਦਗੀ 'ਚ ਤਾਂ ਆ ਕਿਉਂਕਿ ਅਸੀਂ ਪਰਮੇਸ਼ਰ ਨੂੰ ਭੁਲਾ ਦਿੱਤਾ। ਅਸੀਂ ਪਰਮੇਸ਼ਰ ਨੂੰ ਯਾਦ ਕਦੋਂ ਕਰਦੇ? ਜਦੋਂ ਉਹਦੇ ਵਿਰੁੱਧ ਬੋਲਣਾ ਹੁੰਦਾ।
कि रब साडे वेरी सुत्ता पिया आ, रब साडे वल देखदा नहीं हैगा, रब भी तगड़ियां दा आ। ये सारियां गल्लां असीं ना कॉमनली यूज़ करदे आ, साडे लई कॉमन हो गईयां। पर ये परमेश्वर दे विरुद्ध पाप आ जिहड़ा असीं हर रोज़ करदे आ। और जिन्नी देर असीं ये पाप नूं ना छड्डांगे असीं रोंदे और तरले पाउंदे ही रवांगे। क्योंकि जिहड़ी बदी आ वो इसलिए आई क्योंकि साडे राह विगड़े होए आ, इसलिए नहीं आई क्योंकि परमेश्वर ने घल्ली आ। साडे शब्द विगड़े होए, साडे परमेश्वर ने शब्दां विच सामर्थ दित्ती। साडे शब्द इन्ने सामर्थी आ ना कि असीं जो बोलांगे वो साडे लई हो जावेगा। पर असीं कदे कोशिश नहीं कीती कि अपने मूँह विचों चंगे शब्द कढीए ताकि साडे लई चंगा होवे। जद सानूं कोई पुछदा किवें ते असीं की कहने कि माड़े ही आ, बहुत औखा आ, सरदा ही नहीं। क्यों नहीं असीं कहंदे कि असीं बहुत चंगे आ, ब्लैस आ, सानूं परमेश्वर ने अज तक संभाल के रखिया, तां इन्ना ही बहुत आ। जे बदी आ तां साडे अपने कारण आ, जे आशीष आ तो भी साडे अपने कारण आऊगी। क्योंकि जद असीं परमेश्वर दे नाल जुड़ांगे, अपने शब्दां नूं पवित्र करांगे, ते फिर साडा परमेश्वर साडे तो आनंद हो के सानूं वो आशीष नूं देवेगा परमेश्वर ही। पर उहनूं लैण दे लई मेहनत तां सानूं ही करनी पैनी है ना, ते उस मेहनत नूं करन दे लई तैयार करना पਊਗਾ अपने आप नूं। हालेलुया। नैक्सट आप वचन च देखांगे यिर्मयाह 3 ਉਹਦੀ 22 और 23 नंबर आयत नूं। हे फिर तू पुੱਤਰ मुड़ो मैं ਤੁਹਾਡੇ ਫਿਰਨ ਦਾ ਦਵਾ ਦਾਰੂ ਕਰਾਂਗਾ। ਵੇਖ ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾ ਪਰਮੇਸ਼ਰ ਜੋ ਹੈ। ਸੱਚਮੁੱਚ ਟਿੱਲਿਆਂ ਅਤੇ ਪਹਾੜਾਂ ਦਾ ਰੌਲਾ ਧੋਖਾ ਹੈ, ਪਰ ਸੱਚਮੁੱਚ ਇਜ਼ਰਾइल ਦੀ ਮੁਕਤੀ ਯਹੋਵਾ ਸਾਡੇ ਪਰਮੇਸ਼ਰ ਵੱਲੋਂ ਹੈ। ਹਾਲੇਲੂਇਆ। ਪਰਮੇਸ਼ਰ ਸਾਨੂੰ ਕੀ ਕਹਿੰਦਾ ਕਿ ਹੇ ਮੇਰੇ ਫਿਰ ਤੂੰ ਪੁੱਤਰ ਮੁੜ ਆ ਤੇ ਮੈਂ ਤੇਰੇ ਮੁੜਨ ਦਾ, ਮੈਂ ਤੇਰੇ ਇਸ ਫਿਰਨ ਦਾ ਦਵਾ ਦਾਰੂ ਕਰਾਂਗਾ। ਉਹਦਾ ਮਤਲਬ ਕੀ ਸੀ ਕਿ ਤੂੰ ਘੁੰਮ ਫਿਰ ਰਿਹਾ, ਤੂੰ ਭਟਕ ਰਿਹਾ ਆ, ਤੂੰ ਆਪਣੇ ਰਾਸਤੇ ਨੂੰ ਭੁੱਲ ਬੈਠਾ, ਤੂੰ ਆਪਣੇ ਪਰਮੇਸ਼ਰ ਨੂੰ ਭੁੱਲ ਬੈਠਾ। ਪਰ ਹੇ ਮੇਰੇ ਪੁੱਤਰ ਤੂੰ ਮੁੜ ਆ, मतलब वो बदी दे रास्तिਆਂ ਨੂੰ ਛੱਡ ਦੇ और मेरी तू शरण ਵਿੱਚ आ। जब तू मेरे कोल आवेगा तो कहता मैं तेरा दवा दारू करूँगा। मतलब जो तेरे जख्म आ, जो तेरा सोग आ, जो तेरा दुख आ, ਉਹਨੂੰ ਸਾਰਿਆਂ ਨੂੰ ਕਹਿੰਦਾ मैं ठीक कर दूँगा, मैं ਤੈਨੂੰ ਸੰਭਾਲੂੰਗਾ और मैं ਤੈਨੂੰ बचा के रखूँगा। हालेलुया। ਤੇ ਜਦ ਅਸੀਂ ਪਰਮੇਸ਼ਰ ਕੋਲ ਜਾਵਾਂਗੇ ਤੇ ਕਹਿੰਦੇ ਉਹ ਸਾਰੇ ਦੁੱਖ, ਇਹ ਸਭ ਰੋਲਾ, ਇਹ ਸਭ ਧੋਖਾ ਆ ਜਿਹੜਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਨੇ ਪਾਇਆ, ਕਹਿੰਦਾ ਉਹ ਧੋਖਾ ਜਿਹੜਾ ਚਲਾ ਜਾਊਗਾ ਔਰ ਪਰਮੇਸ਼ਰ ਸਾਨੂੰ ਮੁਕਤੀ ਦੇਵੇਗਾ। ਹਾਲੇਲੂਇਆ। ਇਹਨਾਂ ਬੰਧਨਾਂ ਤੋਂ, ਇਹਨਾਂ ਸਾਰੀਆਂ ਬਿਮਾਰੀਆਂ ਤੋਂ, ਇਹਨਾਂ ਬਦੀਆਂ ਤੋਂ, ਸਾਰਿਆਂ ਤੋਂ ਸਾਡਾ ਪਰਮੇਸ਼ਰ ਸਾਨੂੰ ਆਜ਼ਾਦ ਕਰ ਦੇਵੇਗਾ। ਪਰ ਕੀ ਕਹਿੰਦਾ ਕਿ ਹੇ ਪੁੱਤਰ ਮੁੜੋ, ਕਿ ਉਹਨਾਂ ਸਾਰੇ ਗਲਤ ਰਾਸਤਿਆਂ ਤੋਂ ਮੁੜ ਆਓ। ਜਦ ਤੱਕ ਅਸੀਂ ਆਪਣੀਆਂ ਆਦਤਾਂ, ਆਪਣੇ ਗਲਤ ਰਾਸਤੇ ਨਹੀਂ ਛੱਡਾਂਗੇ, ਉਨੀ ਦੇਰ ਸਾਡਾ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ। ਕਿਉਂਕਿ ਉਹਨਾਂ ਰਾਸਤਿਆਂ ਉੱਤੇ ਜਦ ਅਸੀਂ ਚੱਲਦੇ ਹਾਂ ਤੇ ਅਸੀਂ ਸ਼ੈਤਾਨ ਦੀ ਆਵਾਜ਼ ਨੂੰ ਸੁਣਦੇ ਹਾਂ। ਔਰ ਇੱਕ ਇਨਸਾਨ ਸਿਰਫ ਇੱਕ ਆਵਾਜ਼ ਨੂੰ ਸੁਣ ਕੇ ਉਹਨੂੰ ਫੋਲੋ ਕਰ ਸਕਦਾ, ਦੋਨਾਂ ਪਰਸਨ ਦੀ ਆਵਾਜ਼ ਸੁਣ ਕੇ ਦੋਨੋਂ ਸਾਈਡ ਅਸੀਂ ਨਹੀਂ ਜਾ ਸਕਦੇ। ਅਸੀਂ ਅਜਿਹਾ ਨਹੀਂ ਕਰ ਸਕਦੇ ਕਿ ਦਿਨ ਭਰ ਵਿੱਚ ਅਸੀਂ ਰੌਲਾ ਕਰਦੇ ਹਾਂ, ਲੜਾਈ ਝਗੜਾ ਕਰਦੇ ਹਾਂ, ਬਦੀ ਕਰਦੇ ਹਾਂ, ਔਰ 1 ਘੰਟਾ ਜੋ ਅਸੀਂ ਪ੍ਰਾਰਥਨਾ ਕਰਨੀ ਉਸ ਵੇਲੇ ਅਸੀਂ ਆਪਣੇ ਆਪ ਨੂੰ ਇੱਦਾਂ ਆਪਣੇ ਆਪ ਨੂੰ ਡਾਊਨ ਕਰਨਾ ਹੈ ਕਿ ਅਸੀਂ ਕੋਈ ਪਾਪ ਹੀ ਨਹੀਂ ਕੀਤਾ, ਅਸੀਂ ਤਾਂ ਬਹੁਤ ਚੰਗੇ। ਔਰ ਉਸ 1 ਘੰਟੇ ਦੇ ਬਾਅਦ ਫਿਰ ਸਭ ਕੁਛ ਉਹੀ ਆ, ਪਰਿਵਾਰ ਵਿੱਚ ਲੜਾਈ ਝਗੜੇ, ਇੱਕ ਦੂਜੇ ਨੂੰ ਬਦੀ ਬੋਲਦੇ ਹਾਂ, ਅਸੀਂ ਗਲਤ ਸ਼ਬਦ ਆਪਣੇ ਮੂੰਹ 'ਚੋਂ ਕੱਢਦੇ। ਅਜਿਹਾ ਕਰਨ ਦੇ ਨਾਲ ਵੀ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾਊਗੀ, ਉਹ ਘੰਟਾ ਸਾਡੇ ਲਈ ਵਿਅਰਥ ਆ। ਪਰਮੇਸ਼ਰ ਨੇ ਇਹ ਨਹੀਂ ਕਿਹਾ ਸੀ ਕਿ ਜੇ ਤੂੰ 1 ਘੰਟਾ ਮੇਰੇ ਲਈ ਦਿਨ ਵਿੱਚ ਕੱਢ ਲਵੇਂ ਔਰ ਬਾਕੀ ਦੇ ਸਾਰੇ ਘੰਟੇ ਤੂੰ ਬਦੀ ਵਿੱਚ ਕੱਢੇ ਤਾਂ ਮੈਂ ਤੇਰੀ ਆਵਾਜ਼ ਨੂੰ ਸੁਣ ਲਵਾਂਗਾ। ਪਰਮੇਸ਼ਰ ਨੂੰ ਦਿਖਾਵਾ ਨਹੀਂ ਪਸੰਦ ਹੈਗਾ, ਉਹ 1 ਘੰਟਾ ਦਿਖਾਵਾ ਆ। ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਪਰਮੇਸ਼ਰ ਨੂੰ ਰੱਖੋ। ਉਹ 1 ਘੰਟਾ ਤੁਸੀਂ ਸ਼ਾਂਤੀ ਦੇ ਨਾਲ ਇਕੱਲੇ ਬਹਿ ਕੇ ਆਪਣੇ ਪਿਤਾ ਨਾਲ ਗੱਲਾਂ ਕਰਨੀਆਂ ਆ, ਪਰ ਬਾਕੀ ਦਿਨ ਦੇ ਸਾਰੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਦੇ ਨਾਲ ਰੱਖਣਾ ਆ। ਹਰ ਕੰਮ ਦੇ ਵਿੱਚ ਉਹਨਾਂ ਨੂੰ ਧੰਨਵਾਦ ਕਰਨਾ ਆ, ਹਰ ਪਲ ਦੇ ਵਿੱਚ ਉਹਨਾਂ ਨੂੰ ਯਾਦ ਕਰਨਾ ਆ, ਹਰ ਗਲਤੀ 'ਤੇ ਉਹਨਾਂ ਦੇ ਸਾਹਮਣੇ ਤੌਬਾ ਕਰਨੀ ਹੈ। ਦਿਨ ਦੇ ਹਰ ਇੱਕ ਪਲ ਦੇ ਵਿੱਚ ਤੁਹਾਡੇ ਮੂੰਹ ਵਿੱਚ ਪਰਮੇਸ਼ਰ ਦਾ ਧੰਨਵਾਦ ਹੋਵੇ। ਹਾਲੇਲੂਇਆ। ਤੇ ਫਿਰ ਕੀ ਕਹਿੰਦੇ ਕਿ ਜਦ ਤੁਸੀਂ ਬਦੀ ਤੋਂ ਮੁੜੋਗੇ ਤੇ ਮੈਂ ਤੁਹਾਡੀ ਦਵਾ ਦਾਰੂ ਕਰੂੰਗਾ। ਜਦ ਸਾਡੀ ਜ਼ਿੰਦਗੀ ਅਜਿਹੀ ਹੋਊਗੀ ਤੇ ਪਰਮੇਸ਼ਰ ਸਾਨੂੰ ਸਾਡੇ ਸਾਰੇ ਦੁੱਖਾਂ ਤੋਂ, ਸਾਰੇ ਪਰੇਸ਼ਾਨੀਆਂ ਤੋਂ, ਸਾਰੇ ਬੰਧਨਾਂ ਤੋਂ, ਸਾਰੇ ਜ਼ਖਮਾਂ ਤੋਂ ਜੋ ਸ਼ੈਤਾਨ ਨੇ ਸਾਨੂੰ ਦਿੱਤੇ ਆ, ਉਹਦੇ ਤੋਂ ਦਵਾ ਦਾਰੂ ਕਰੇਗਾ। ਹਾਲੇਲੂਇਆ। ਕਿਉਂਕਿ ਸਾਡੇ ਪਰਮੇਸ਼ਰ ਵੱਲੋਂ ਮੁਕਤੀ ਉਹ ਆਜ਼ਾਦ ਕਰਨ ਵਾਲਾ ਪਰਮੇਸ਼ਰ ਆ। ਕਿਉਂਕਿ ਅਸੀਂ ਕੀ ਕਹਿੰਦੇ ਕਿ ਅਸੀਂ ਤੇਰੇ ਕੋਲ ਆਏ ਕਿਉਂਕਿ ਤੂੰ ਸਾਡਾ ਪਰਮੇਸ਼ਰ ਆ। ਤੇ ਉਹ ਜਦ ਅਸੀਂ ਪਰਮੇਸ਼ਰ ਕੋਲ ਜਾਵਾਂਗੇ ਤੇ ਉਹ ਸਾਨੂੰ ਆਜ਼ਾਦ ਵੀ ਕਰੂਗਾ। ਉਹ ਸਾਡੇ ਲਈ ਸਭ ਕੁਝ ਕਰ ਸਕਦਾ ਹੈ ਜੋ ਅਸੀਂ ਨਹੀਂ ਕਰ ਸਕਦੇ। ਹਾਲੇਲੂਇਆ। ਕਲੀਸਿਆ ਲਈ ਇੱਕ ਜ਼ਰੂਰੀ ਨੋਟਿਸ ਆ ਕਿ ਕੱਲ ਸ਼ਨੀਵਾਰ ਨੂੰ ਪਾਸਟਰ ਭੁਪਿੰਦਰ ਜੌਨ ਫਲੋਰ ਵਿੱਚ ਵਿਜ਼ਿਟ ਕਰ ਰਹੇ ਆ। ਜੋ ਵੀ ਕੋਈ ਫਲੋਰ ਦੀ ਫੈਮਿਲੀ ਆਪਣੇ ਘਰ ਵਿੱਚ ਉਹਨਾਂ ਨੂੰ ਬੁਲਾ ਕੇ ਆਪਣੀ ਪ੍ਰੋਬਲਮਸ ਨੂੰ ਡਿਸਕਸ ਕਰਨਾ ਚਾਹੁੰਦੇ ਆ ਤਾਂ ਉਹ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੇ ਐਡਰੈਸ ਵਗੈਰਾ ਨੂੰ ਕਨਫਰਮ ਕਰ ਸਕਦੇ ਆ।
ਔਰ ਐਤਵਾਰ ਨੂੰ ਪਾਸਟਰ ਜੀ ਜਲੰਧਰ ਵਿੱਚ ਵਿਜ਼ਿਟ ਕਰ ਰਹੇ ਆ। ਜੇ ਕੋਈ ਜਲੰਧਰ ਦੀ ਕਲੀਸਿਆ ਪਾਸਟਰ ਜੀ ਨੂੰ ਆਪਣੇ ਘਰ ਬੁਲਾ ਕੇ ਆਪਣੀ ਪ੍ਰੋਬਲਮ ਨੂੰ ਡਿਸਕਸ ਕਰਨਾ ਚਾਹੁੰਦੀ ਹੈ ਤਾਂ ਉਹ ਵੀ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣਾ ਐਡਰੈਸ ਕਨਫਰਮ ਕਰਾ ਸਕਦੇ ਆ। ਸ਼ਨੀਵਾਰ ਨੂੰ ਫਿਲੌਰ ਅਤੇ ਐਤਵਾਰ ਨੂੰ ਜਲੰਧਰ ਪਾਸਟਰ ਜੀ ਵਿਜ਼ਿਟ ਕਰ ਰਹੇ ਆ। ਤੇ ਆਓ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ 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 ਹਾਲੇਲੂਇਆ। ਪਿਤਾ ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, 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 ਧੰਨਵਾਦ। ਅੱਜ ਦੀ ਸ਼ਾਮ ਲਈ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ, ਕਿਉਂਕਿ ਪਿਤਾ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ, ਤੁਸੀਂ ਕਿਹਾ ਮੈਂ ਤੁਹਾਨੂੰ ਆਪਣੀਆਂ ਹਥੇਲੀਆਂ ਦੇ ਉੱਤੇ ਉਕਰਿਆ ਹੋਇਆ, ਮੈਂ ਤੁਹਾਨੂੰ ਨਾ ਤਾਂ ਕਦੀ ਛੱਡਾਂਗਾ ਅਤੇ ਨਾ ਕਦੀ ਤਿਆਗਾਂਗਾ। ਸੱਚਮੁੱਚ ਪਿਤਾ ਇੱਕ ਦੁੱਧ ਪਿਲਾਉਂਦੀ ਮਾਂ ਆਪਣੇ ਬੱਚੇ ਨੂੰ ਛੱਡ ਸਕਦੀ ਹੈ, ਤਿਆਗ ਸਕਦੀ ਹੈ ਪਿਤਾ, ਪਰ ਤੁਸੀਂ ਵੀ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਛੱਡਦੇ ਪਿਤਾ ਪਰਮੇਸ਼ਰ, ਕਿਉਂਕਿ ਪਿਤਾ ਜੋ ਤੁਹਾਡੇ ਕੋਲੋਂ ਦੂਰ ਹੋ ਜਾਂਦੇ ਪਿਤਾ ਪਰਮੇਸ਼ਰ, ਤੁਸੀਂ ਉਹਨਾਂ ਨੂੰ ਪਿਆਰ ਕਰਦੇ ਆਪਣੇ ਕੋਲ ਲੈ ਕੇ ਆਉਂਦੇ ਹੋ ਪਿਤਾ ਪਰਮੇਸ਼ਰ, ਤਾਂ ਜੋ ਉਹ ਜਾਨਾਂ ਬਚ ਜਾਣ। ਮੇਰੀ ਹਵਾ ਪਰਮੇਸ਼ਰ, ਮੈਂ ਯਿਸੂ ਨਾਸਰੀ ਤੁਹਾਡੇ ਸਾਮਰਥੀ ਨਾਂ ਦੇ ਵਿੱਚ ਇਹਨਾਂ ਤੁਹਾਡੇ ਬੱਚਿਆਂ ਨੂੰ ਪਿਤਾ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ। ਪਵਿੱਤਰ ਆਤਮਾ ਦੀ ਅੱਗੇ 'ਚ ਬਲੈਸ ਕਰਦਾ ਪਿਤਾ, ਇਹਨਾਂ 'ਤੇ ਰਹਿਮ ਕਰੋ, ਦਇਆ ਕਰੋ ਪਿਤਾ ਪਰਮੇਸ਼ਰ। ਅੱਜ ਦਾ ਵਚਨ ਪ੍ਰਭੂ ਇਹਨਾਂ ਜ਼ਿੰਦਗੀਆਂ ਦੇ ਵਿੱਚ 1000 ਗੁਣਾ ਪ੍ਰਤੀਫਲ ਲੈ ਕੇ ਆਵੇ ਪਿਤਾ। ਇਹ ਤੁਹਾਡੇ ਵਚਨ ਦੇ ਵਿੱਚ ਬਲੈਸ ਹੋ ਜਾਣ ਪਿਤਾ ਪਰਮੇਸ਼ਰ। ਜੋ ਮਾਰਗ ਪਿਤਾ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੁੰਦੇ ਹੋ ਪ੍ਰਭੂ, ਉਸ ਮਾਰਗ 'ਤੇ ਚੱਲਣ ਪਿਤਾ ਪਰਮੇਸ਼ਰ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਆਸ਼ੀਸ਼ ਆ ਜਾਵੇ ਪਿਤਾ ਪਰਮੇਸ਼ਰ। ਜੋ ਬਰਕਤਾਂ ਤੋਂ ਪਿਤਾ ਤੁਹਾਡੇ ਬੱਚੇ ਵਾਂਝੇ ਆ ਪਿਤਾ ਪਰਮੇਸ਼ਰ, ਉਹ ਬਰਕਤਾਂ ਪਿਤਾ ਇਹਨਾਂ ਤੁਹਾਡੇ ਵਚਨਾਂ ਦੇ ਦੁਆਰਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਆ ਜਾਣ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ, ਪਹਿਲਾਂ ਮੇਰੇ ਰਾਜ ਤੇ ਭਾਗ ਦੀ ਖੋਜ ਕਰੋ, ਬਾਕੀ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਹੋਣਗੀਆਂ। ਪ੍ਰਭੂ ਇਹ ਤੁਹਾਡੇ ਨਾਂ ਵਿੱਚ ਪਿਤਾ ਪਰਮੇਸ਼ਰ ਮਗਨ ਹੋ ਜਾਣ ਪਿਤਾ ਪਰਮੇਸ਼ਰ, ਔਰ ਪਿਤਾ ਆਪਣਾ ਸਭ ਕੁਛ ਪਿਤਾ ਪਰਮੇਸ਼ਰ ਇੱਕ ਸਾਈਡ 'ਤੇ ਕਰਦੇ ਹੋਏ ਪਿਤਾ ਪਰਮੇਸ਼ਰ, ਤੁਹਾਡੇ ਨਾਂ ਦੀ ਜੈ ਜੈਕਾਰ ਕਰਨ ਵਿੱਚ ਪਿਤਾ ਪਰਮੇਸ਼ਰ ਆਪਣਾ ਟਾਈਮ ਬਤੀਤ ਕਰਨਾ ਸ਼ੁਰੂ ਕਰ ਦੇਣ ਪ੍ਰਭੂ, ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ ਕਿ ਆਪਣੇ ਦਸਵੰਧ ਮੇਰੇ ਘਰ ਦੇ ਵਿੱਚ, ਮੇਰੇ ਮੋਦੀਖਾਨੇ ਵਿੱਚ ਲੈ ਕੇ ਆਓ ਪਿਤਾ। ਉਹ ਦਸਵੰਧ ਪਿਤਾ ਜੋ ਤੁਸੀਂ ਆਪਣੇ ਬੱਚਿਆਂ ਤੋਂ ਚਾਹੁੰਦੇ ਹੋ ਪਿਤਾ ਪਰਮੇਸ਼ਰ, ਉਹ ਟਾਈਮ ਪਿਤਾ ਪਰਮੇਸ਼ਰ ਜੋ ਤੁਸੀਂ ਆਪਣੇ ਬੱਚਿਆਂ ਤੋਂ ਚਾਹੁੰਦੇ ਹੋ ਪਿਤਾ ਪਰਮੇਸ਼ਰ, ਉਹ ਦਸਵੰਧ ਉਹ ਟਾਈਮ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚ ਗੁਜ਼ਾਰਨਾ ਸ਼ੁਰੂ ਕਰ ਦੇਣ ਪਿਤਾ ਪਰਮੇਸ਼ਰ। ਰਹਿਮ ਕਰੋ, ਦਇਆ ਕਰੋ ਪਿਤਾ ਪਰਮੇਸ਼ਰ, ਔਰ ਤੁਹਾਡੇ ਬੱਚੇ ਪਿਤਾ ਪਰਮੇਸ਼ਰ ਤੁਹਾਡੇ ਨਾਂ ਵਿੱਚ ਵਾਧੇ ਤੇ ਤਰੱਕੀ ਕਰਦੇ ਚਲੇ ਜਾਣ ਪਿਤਾ ਪਰਮੇਸ਼ਰ। ਜੋ ਤੁਹਾਡੇ ਬੱਚੇ ਪਿਤਾ ਤੁਹਾਡੇ ਵਚਨਾਂ ਤੋਂ ਦੂਰ ਆ ਪ੍ਰਭੂ ਯਿਸੂ, ਉਹਨਾਂ ਨੂੰ ਬਲੈਸ ਕਰੋ ਪਿਤਾ ਪਰਮੇਸ਼ਰ, ਤਾਂ ਜੋ ਤੁਹਾਨੂੰ ਜਾਣ ਲੈਣ